मैकेनिकल इलैक्ट्रिकल ਦੀਆਂ ਵੀਡੀਓਜ਼ ਪਾਉਂਦੇ ਬਹੁਤ ਸਾਰੀਆਂ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ। ਉਹ ਤੋਂ ਬਹੁਤ ਨੌਲੇਜ ਮਿਲਦੀ ਹੈ ਤੁਹਾਨੂੰ ਵੀ ਪੱਖੇ ਕਿਵੇਂ ਚਲਾਣੇ ਆ, ਕਿੰਨੀ ਸਪੀਡ ਤੇ ਚਲਾਓਗੇ, ਕਿਵੇਂ ਸਾਫ਼ ਚਲਾਓਗੇ, ਬਿਜਲੀ ਕਿੰਨੀ ਖਰਚਦੇ ਆ, ਸਾਰ ਚੀਜ਼ ਦਾ ਮਤਲਬ ਪੁਆਇੰਟ ਕੱਢ ਕੇ ਦੱਸਦੇ। ਤੇ ਇਹ ਸਪੈਸ਼ਲ ਆਪਾਂ ਨੂੰ ਅੱਜ ਮਿਲਣ ਆਏ ਆ ਫਿਰੋਜ਼ਪੁਰ ਤੋਂ। ਤਲਵੰਡੀ ਭਾਈ ਦਾ ਪਿੰਡ ਹੈ ਇਹਨਾਂ ਦਾ ਤੇ ਅਸੀਂ ਧੰਨਵਾਦੀ ਵੀ ਇਹਨਾਂ ਦੇ। ਠੀਕ ਹੈ, ਨਾਲ ਹੀ ਇਹ ਆਪਣੀ ਵੀਡੀਓ ਸ਼ੂਟ ਕਰ ਲੈਣਗੇ, ਨਾਲ ਹੀ ਆਪਾਂ ਤੁਹਾਡੇ ਨਾਲ ਗੱਲਾਂ ਜੀ ਗੁਰਸੇਵਕ। ਠੀਕ ਹੈ, ਸਤਿ ਸ੍ਰੀ ਅਕਾਲ ਜੀ। ਅੱਜ ਨਾ ਆਪਾਂ ਇੱਥੇ ਆਏ ਸੀਗੇ ਸਾਇੰਸ ਮੇਲੇ ਤੇ ਬਰਨਾਲੇ। ਇੱਥੇ ਸਰ ਮਿਲੇ ਆਪਾਂ ਨੂੰ ਜਸਵਿੰਦਰ ਸਿੰਘ ਜੀ। ਤੇ ਜਿਹੜੀ ਅੱਜ ਆਪਣੀ ਵੀਡੀਓ ਦਾ ਵਿਸ਼ਾ ਹੈਗਾ ਜੀ, ਉਹ ਹੈਗਾ ਜੀ ਫ੍ਰੀ એનર્ਜੀ ਜਨਰੇਟਰ। ਕਿਉਂਕਿ ਤੁਸੀਂ ਅਕਸਰ ਹੀ ਵੀਡੀਓ ਦੇ ਵਿੱਚ ਦੇਖਦੇ ਆ ਕਿ ਇੱਕ ਜਨਰੇਟਰ ਲਗਾ ਕੇ ਉਹਦੇ ਉੱਪਰ ਮੋਟਰ ਲਗਾ ਕੇ ਤੇ ਘਰ ਦੀ ਜੋ ਸਪਲਾਈ ਉਹ ਫ੍ਰੀ ਚਲਾਉਂਦੇ ਆ। ਕਮੈਂਟ ਆਉਂਦੇ ਆ, ਕਾਫੀ ਲੋਕ ਸਮਾਂ ਤੇ ਪੈਸਾ ਵੀ ਖਰਾਬ ਕਰਦੇ ਆ ਜੀ। ਪਰ ਇਹਦਾ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਆ, ਇਹਨਾਂ ਤੋਂ ਵਧੀਆ ਕੋਈ ਨਹੀਂ ਦੇ ਸਕਦਾ ਜੀ। ਤੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਸ ਬਾਰੇ ਜਿਹੜੇ ਆਪਣੇ ਦਰਸ਼ਕ ਆ ਜੀ, ਫ੍ਰੀ એનર્ਜੀ ਵਾਲੇ ਜਿਹੜੇ ਜਨਰੇਟਰ ਬਣਦੇ ਆ, ਇਹਦੇ ਬਾਰੇ ਦੱਸਿਓ ਜੀ ਵਿਸਥਾਰ ਨਾਲ, ਤਾਂ ਕਿ ਲੋਕਾਂ ਦਾ ਪੈਸਾ ਤੇ ਸਮਾਂ ਵੀ ਬਚੇ। ਬਹੁਤ ਧੰਨਵਾਦ ਗੁਰਸੇਵਕ ਸਿੰਘ ਜੀ। ਹਾਂਜੀ, ਤਾਂ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਫ੍ਰੀ એનર્ਜੀ ਦੀ, ਹਾਂਜੀ, ਤੇ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਸਾਡਾ ਕਹਿੰਦਾ ਹੈ એનર્ਜੀ ਕੈਨ ਨੀਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ ਬਟ ਇਟ ਕੈਨ ਬੀ ਟਰਾਂਸਫਾਰਮਡ ਫਰਮ ਵਨ ਫਾਰਮ ਟੂ ਦਾ ਅਦਰ ਫਾਰਮ। ਇਸ ਦੀ ਗੱਲ ਪੂਰੀ ਸਾਨੂੰ ਜਦ ਸਮਝ ਆਊਗੀ ਨਾ ਤਾਂ ਸਾਨੂੰ ਫ੍ਰੀ એનર્ਜੀ ਦਾ ਕਨਸੈਪਟ ਸਮਝ ਆਉਣਾ ਹੈ। ਐਕਚੁਅਲ ਦੇ ਵਿੱਚ ਜਿਹੜਾ ਲਫ਼ਜ਼ ਅਸੀਂ ਜਨਰੇਟਰ ਕਹਿ ਦਿੰਦੇ ਆ, ਉਹ ਜਨਰੇਟਰ ਇੱਕ ਲਫ਼ਜ਼ ਹੈ, ਨਾ ਕਿ ਉਹ ਜਨਰੇਟ ਕਰਦਾ ਇਲੈਕਟ੍ਰਿਸਿਟੀ। ਕਿ ਉਹਨੂੰ ਜਨਰੇਟ ਤਾਂ ਕੀਤਾ ਹੀ ਨਹੀਂ ਜਾ ਸਕਦਾ, ਪੈਦਾ ਥੋੜਾ ਕਰ ਰਹੇ ਹਾਂ ਅਸੀਂ ਤਾਂ ਉਹਦੀ ਕਨਵਰਸ਼ਨ ਕਰ ਰਹੇ ਹਾਂ, ਟਰਾਂਸਫਾਰਮ ਕਰ ਰਹੇ ਹਾਂ। ਇੱਕ ਤਰ੍ਹਾਂ ਦੀ ਊਰਜਾ ਨੂੰ ਦੂਜੀ ਤਰ੍ਹਾਂ ਦੀ ਊਰਜਾ ਦੇ ਵਿੱਚ ਟਰਾਂਸਫਾਰਮ ਕੀਤਾ ਜਾ ਰਿਹਾ ਤੇ ਉਸ ਨੂੰ ਇੱਕ ਲਫ਼ਜ਼ ਦਿੱਤਾ ਗਿਆ ਵੀ ਜਨਰੇਟ ਕੀਤਾ ਜਾ ਰਿਹਾ। એનર્ਜੀ ਕੈਨ ਨੀਦਰ ਬੀ ਜਨਰੇਟਡ, ਠੀਕ ਹੈ, ਪੈਦਾ ਨਹੀਂ ਕੀਤੀ ਜਾ ਸਕਦੀ, ਪਰ ਉਸ ਨੂੰ ਟਰਾਂਸਫਾਰਮ ਕਰ ਰਹੇ ਹਾਂ। ਤੇ ਉਹ ਟਰਾਂਸਫਾਰਮ ਕਰਨ ਦਾ ਇੱਕ ਸਾਡੇ ਕੋਲ ਤਰੀਕਾ ਹੈ ਕਿ ਉਸ ਦੇ ਵਿੱਚ ਮਕੈਨੀਕਲ એનર્ਜੀ ਨੂੰ ਅਸੀਂ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰ ਲਿਆ ਵਿਦ ਦਾ ਹੈਲਪ ਆਫ ਕਾਪਰ ਵਾਇਰਸ ਐਂਡ ਸਟਰੋਂਗ ਮੈਗਨੇਟ। ਤਾਂ ਕਾਪਰ ਵਾਇਰਸ ਦੇ ਵਿੱਚ ਜਦੋਂ ਸਟਰੋਂਗ ਮੈਗਨੇਟ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ, ਇੱਕ ਡਾਇਰੈਕਸ਼ਨ ਵੀ ਹੈ ਉਹਦੇ ਵਿੱਚ ਬਾਕਾਇਦਾ, ਅਸੀਂ ਉਹਦੇ 'ਚ ਰੂਲ ਲਗਾਉਂਦੇ ਹਾਂ। ਇੱਕ ਸਾਡੇ ਕੋਲ ਲੈਫਟ ਹੈਂਡ ਰੂਲ ਹੈ, ਇੱਕ ਰਾਈਟ ਹੈਂਡ ਰੂਲ ਹੈ, ਇੱਕ ਲੈਫਟ ਹੈਂਡ ਰੂਲ ਹੈ। ਜਿਹੜਾ ਇਹ ਰਾਈਟ ਹੈਂਡ ਰੂਲ ਹੈ ਸਾਡਾ, ਉਹ ਸਾਡਾ ਲੱਗਦਾ ਹੈਗਾ ਜਨਰੇਟਰ ਤੇ ਜਿਹੜਾ ਇਹ ਸਾਡਾ ਲੈਫਟ ਹੈਂਡ ਰੂਲ ਹੈ ਉਹ ਲੱਗਦਾ ਮੋਟਰ ਤੇ। ਹੁਣ ਮੋਟਰ ਤੇ ਜਨਰੇਟਰ ਇੱਕ ਦੂਜੇ ਦੇ ਉਲਟ ਹੈ। ਜਿਵੇਂ ਮੈਂ ਕਹਾਂ ਵੀ ਹੱਥਾਂ ਨੂੰ ਰਗੜੋ, ਕੀ ਨਿਕਲੂਗਾ? ਗਰਮੀ ਨਿਕਲੂਗੀ, ਹੀਟ ਪ੍ਰੋਡਿਊਸ ਹੋਈ। ਲੇਕਿਨ ਉਹ ਹੀਟ ਆਈ ਕਿੱਥੋਂ ਹੈ? ਹੁਣ ਹੱਥਾਂ 'ਚ ਤਾਂ ਕੋਈ ਐਸੀ ਚੀਜ਼ ਨਹੀਂ ਜਿਹੜੀ ਹੀਟ ਕੱਢ ਰਹੀ ਹੋਵੇ। ਉਹ ਆਈ ਕਿੱਥੋਂ ਹੈ? ਜੋ ਮੈਂ ਭੋਜਨ ਖਾਧਾ ਸੀ ਉਹਦੇ ਨਾਲ ਮੇਰੇ ਹੱਥ ਚੱਲੇ, ਉਹਦੇ ਹੱਥ ਚੱਲਣ ਦੇ ਨਾਲ ਉਹ ਊਰਜਾ ਬਣੀ। ਹੁਣ ਜੇ ਇਹਦਾ ਉਲਟ ਸੋਚ ਕੇ ਦੇਖੀਏ ਵੀ ਇਹ ਜਿਹੜੀ ਹੀਟ એનર્ਜੀ ਹੈ ਇਹ ਕਦੋਂ ਆਈ? ਜਦੋਂ ਅਸੀਂ ਹੱਥਾਂ ਨੂੰ ਰਗੜਿਆ। ਤਾਂ ਕੀ ਹੁਣ ਜੇ ਅਸੀਂ ਇਹਨੂੰ ਹੱਥਾਂ ਨੂੰ ਹੀਟ ਦੇ ਨੇੜੇ ਲੈ ਜਾਈਏ ਫਿਰ ਚੱਲਣੇ ਵੀ ਚਾਹੀਦੇ ਆ, ਚੱਲਣੇ ਵੀ ਚਾਹੀਦੇ ਆ। ਦੇਖੋ ਸਿਧਾਂਤ ਤਾਂ ਹੀ ਹੈ ਨਾ, ਪਰ ਕੀ ਇਹ ਚੱਲਦੇ ਆ? ਤੁਸੀਂ ਦੇਖਿਆ ਨਹੀਂ ਧਿਆਨ ਨਾਲ, ਪਰ ਪੂਰੀ ਤਰ੍ਹਾਂ ਨਹੀਂ ਚੱਲਦੇ। ਹੁਣ ਇਹੀ ਸਿਧਾਂਤ ਤੁਹਾਨੂੰ ਮੈਂ ਸਪਸ਼ਟ ਕਰੂੰਗਾ ਅੱਜ ਕਿ ਜਦੋਂ ਅਸੀਂ ਇਹਨਾਂ ਹੱਥਾਂ ਨੂੰ ਅੱਗ ਦੇ ਨੇੜੇ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਰਿਫਲੈਕਸ ਐਕਸ਼ਨ ਹੁੰਦਾ ਹੈ। ਰਿਫਲੈਕਸ ਐਕਸ਼ਨ ਕੀ ਹੈ? ਸਾਡਾ ਬ੍ਰੇਨ ਸਾਨੂੰ ਮੈਸੇਜ ਦੇਣੇ ਸ਼ੁਰੂ ਕਰ ਦਿੰਦਾ ਹੈ ਵੀ ਭਾਈ ਬਚੀ ਅੱਗ ਆ ਰਹੀ ਹੈ, ਫੁੱਕ ਜੂਗਾ ਹੱਥ, ਬਚੀ। ਰਿਫਲੈਕਸ ਐਕਸ਼ਨ ਕਹਿੰਦੇ ਇਸ ਨੂੰ। ਸਾਡਾ ਦਿਮਾਗ ਪਰ ਰਿਸਪੌਂਡ ਕਰਦਾ। ਹੁਣ ਜਦੋਂ ਹੀ ਅਸੀਂ ਆਪਣੀ ਮਤਲਬ ਪ੍ਰੀਕਾਸ਼ਨ ਲੈ ਕੇ ਉਹਨਾਂ ਕੁ ਨੇੜੇ ਲੈ ਜਾਂਦੇ ਹਾਂ ਜਿੰਨੇ ਕੁ ਤੱਕ ਅਸੀਂ ਸੇਕ ਸਹਿ ਸਕਦੇ ਹਾਂ, ਉਹ ਇੱਕਦਮ ਅਸੀਂ ਐਂ ਕਰਦੇ। ਇਹਦਾ ਮਤਲਬ ਹੱਥ ਤਾਂ ਚੱਲ ਤਾਂ ਪਏ ਪਰ ਪੂਰੀ ਤਰ੍ਹਾਂ ਨਹੀਂ ਚੱਲੇ ਗੁਰਸੇਵਕ ਜੀ, ਕਿ ਉਹ ਮੂਵਮੈਂਟ ਤਾਂ ਆ ਗਈ ਉਹਨਾਂ 'ਚ ਲੇਕਿਨ ਉਹ ਕੰਟੀਨਿਊਸਲੀ ਨਹੀਂ ਚੱਲੇ ਹਨ। ਇਹਦਾ ਮਤਲਬ ਕਿ એનર્ਜੀ ਹੈ ਜਿਹੜੀ ਉਹ ਟਰਾਂਸਫਰ ਤਾਂ ਹੋਈ ਲੇਕਿਨ ਉਹ ਪੂਰੀ ਦੀ ਪੂਰੀ ਉਹਦੇ ਵਿੱਚ ਨਹੀਂ ਕਨਵਰਟ ਹੋ ਸਕੀ, ਟਰਾਂਸਫਾਰਮ ਨਹੀਂ ਹੋ ਸਕੀ ਹੈ ਪੂਰੀ ਦੀ ਪੂਰੀ। ਤੋ ਇਸ ਕਰਕੇ ਇਹ ਜਿਹੜਾ ਕਨਸੈਪਟ ਹੈ ਸਾਡੇ ਕੋਲ એનર્ਜੀ ਟਰਾਂਸਫਰ ਦਾ, ਤੇ ਇਹ ਬਹੁਤ ਜ਼ਿਆਦਾ ਜ਼ਬਰਦਸਤ ਹੈ। ਔਰ ਇਸੇ ਦੇ ਸਿਧਾਂਤ ਤੇ ਮੈਗਨੈਟਿਕ ਲੈਵੀਟੇਸ਼ਨ ਬਣਾਈ ਸਾਡੇ ਵਿਗਿਆਨੀਆਂ ਨੇ। ਜਰਮਨੀ ਵਾਲਿਆਂ ਨੇ ਇੱਕ ਟ੍ਰੇਨ ਚਲਾ ਲਈ ਜਿਹਨੂੰ ਮੈਗਨੈਟਿਕ ਲੈਵੀਟੇਸ਼ਨ ਦੇ ਆਧਾਰ ਤੇ ਕਿਹਾ ਜਾਂਦਾ ਹੈ ਵੀ ਚੁੰਬਕ ਇੱਕ ਦੂਜੇ ਨੂੰ ਖਿੱਚ ਰਹੇ ਹੈ, ਇੱਕ ਦੂਜੇ ਨੂੰ ਧੱਕ ਰਹੇ ਹੈ, ਤੇ ਖਿੱਚਣ ਦੇ ਨਾਲ ਬ੍ਰੇਕਾਂ ਲੱਗਦੀਆਂ, ਧੱਕਣ ਦੇ ਨਾਲ ਗੱਡੀ ਅੱਗੇ ਚੱਲਦੀ ਹੈ। ਤੇ ਬੜਾ ਸਿੰਪਲ ਜਿਹਾ ਸਿਧਾਂਤ ਹੈ ਸਾਡੇ ਕੋਲ। ਆਹ ਦੇਖੋ, ਇਹ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀ। ਹੁਣ ਜੇ ਤੁਸੀਂ ਇਹ ਕਹੋ ਕਿ ਆਹ ਜਿਹੜੇ ਚੀਜ਼ ਹੈ ਸਾਡੇ ਕੋਲ, ਇਹ ਹੁਣ ਇੱਕ ਦੂਜੇ ਨੂੰ ਧੱਕ ਰਹੇ ਹੈ, ਇਹ ਮੈਗਨੇਟ ਇੱਕ ਦੂਸਰੇ ਨੂੰ ਰਿਪੈਲ ਕਰ ਰਹੇ ਹੈ। ਹੁਣ ਜਦੋਂ ਇਹ ਰਿਪੈਲ ਕਰ ਰਹੇ ਹੈ ਤਾਂ ਇਸ ਨੂੰ ਥੋੜੀ ਜਿਹੀ ਵੀ એનર્ਜੀ ਮਿਲੀ ਕਿਤੋਂ ਤਾਂ ਇਹਨਾਂ ਦੀ ਮੂਵਮੈਂਟ ਆ ਜਾਣੀ। ਦੇਖੋ ਮੂਵਮੈਂਟ ਆ ਗਈ। ਪਰ ਜਿਹੜਾ ਗੁਰਸੇਵਕ ਜੀ ਨੇ ਪੁਆਇੰਟ ਕੀਤਾ ਸੀਗਾ ਫ੍ਰੀ એનર્ਜੀ, ਪਰ ਇਹ ਫ੍ਰੀ એનર્ਜੀ ਕਿੱਥੋਂ ਹੋਊਗੀ? ਸਾਡੇ ਕੋਲ ਕਿੰਨੇ ਹੀ ਸਾਡੇ ਕੋਲ ਐਸੇ ਲੌਸਿਸ ਆ ਜਾਂਦੇ ਆ ਜਿਨ੍ਹਾਂ ਦੇ ਕਰਕੇ ਟਾਈਮ ਪਾ ਕੇ ਇਹ ਚੀਜ਼ ਨੇ ਰੁਕ ਜਾਣਾ। ਮੈਂ ਇਹ ਨਹੀਂ ਕਹਿੰਦਾ ਵੀ ਅਸੰਭਵ ਹੈ, ਸਾਇੰਸ ਦੇ ਵਿੱਚ ਅਸੰਭਵ ਨਾਮ ਦੀ ਕੋਈ ਚੀਜ਼ ਨਹੀਂ ਹੈ, ਪਰ ਜੋ ਚੀਜ਼ ਹੁਣ ਤੱਕ ਸੰਭਵ ਹੋ ਸਕੀ ਹੈ ਉਹ ਇਹੀ ਹੋ ਸਕੀ ਹੈ ਵੀ ਉਸ ਤੋਂ ਅਸੀਂ ਕਿੰਨਾ ਕੰਮ ਲੈ ਸਕਦੇ ਹਾਂ।
ਠੀਕ ਹੈ ਨਾ। ਜਦੋਂ ਇਸ ਨੂੰ ਅਸੀਂ ਮੂਵਮੈਂਟ ਦਿੱਤੀ ਫਿਰ ਦੁਬਾਰਾ ਦੇਣੀ ਪਈ। ਹੁਣ ਜੇ ਤਾਂ ਦੁਬਾਰਾ ਨਾ ਦੇਣੀ ਪੈਂਦੀ ਫਿਰ ਤਾਂ ਅਸੀਂ ਕਹਿੰਦੇ ਵੀ ਫ੍ਰੀ એનર્ਜੀ ਕਨਸੈਪਟ ਹੈਗਾ, ਪਰ ਇਹ ਦੁਬਾਰਾ ਕਿਉਂ ਕਰਨਾ ਪੈਂਦਾ ਸਾਨੂੰ? ਤਾਂ ਇਸ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਦੇ ਕਈ ਕਨਸੈਪਟ ਲੈ ਲਈਏ ਅਸੀਂ। ਇੱਕ ਹੋਰ ਤੁਹਾਨੂੰ ਮੈਂ ਕਨਸੈਪਟ ਇਹਦੇ ਨਾਲ ਜੋੜ ਕੇ ਦਿਖਾਣਾ। ਦੇਖੋ ਤਾਂ ਆਹ ਜਿਹੜਾ ਮੈਗਨੇਟ ਹੈ, ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਧਰ ਅਟਰੈਕਸ਼ਨ ਹੈ ਤੇ ਇੱਧਰ ਕੀ ਹੋ ਗਈ, ਰਿਪਲਸ਼ਨ ਹੋ ਗਈ। ਹੁਣ ਜੇ ਤੁਸੀਂ ਇਸ ਨੂੰ ਪ੍ਰੈਸ ਕੀਤਾ ਤਾਂ ਠੀਕ ਹੈ, ਇਹ ਫਿਰ ਲਗਾਤਾਰ ਹੀ ਇਸ ਨੂੰ ਚੱਲਦੇ ਰਹਿਣਾ ਚਾਹੀਦਾ ਸੀਗਾ, ਪਰ ਕਈ ਇਸ ਦੇ ਕਾਰਨ ਬਣੇ ਜਿਹਦੇ ਕਰਕੇ ਇਸ ਦੀ ਰੁਕਾਵਟ ਆ ਗਈ ਹੋਈ ਹੈ। ਤਾਂ ਹੁਣ ਉਹ ਜਿਹੜੀਆਂ ਰੁਕਾਵਟਾਂ ਆਉਂਦੀਆਂ, ਜੇ ਉਹਨਾਂ ਨੂੰ ਅਸੀਂ ਓਵਰਕਮ ਕਰ ਲਿਆ ਤਾਂ ਅਸੀਂ ਕਹਿ ਸਕਦੇ ਹਾਂ ਵੀ ਇਹ ਇੱਕ ਵਾਰੀ ਚਲਾਤੇ ਬਸ ਇਹ ਫਿਰ ਚੱਲੀ ਜਾਣਗੇ, ਇੱਕ ਵਾਰੀ ਮੈਗਨੇਟ ਚਲਾਤਾ ਫਿਰ ਚੱਲੀ ਜਾਊਗਾ। ਪਰ ਉਸ ਦੇ ਵਿੱਚ ਸਾਨੂੰ ਇਹ ਸਿਧਾਂਤ ਸਮਝਣਾ ਪਊਗਾ ਕਿ ਜਿਹੜੀ એનર્ਜੀ ਹੈ ਉਸ ਨੂੰ ਅਸੀਂ ਟਰਾਂਸਫਾਰਮ ਜਦੋਂ ਕਰ ਰਹੇ ਹਾਂ ਤਾਂ ਕਿਤੇ ਨਾ ਕਿਤੇ ਜਾ ਕੇ ਉਹ એનર્ਜੀ ਦੂਜੀ ਊਰਜਾ ਦੇ ਵਿੱਚ ਜਦੋਂ ਕਨਵਰਟ ਹੋਗੀ ਤਾਂ ਫਿਰ ਪਿੱਛੇ ਤਾਂ ਕੁਝ ਨਹੀਂ ਨਾ ਬਚਿਆ। ਜਦ ਪਿੱਛੇ ਕੁਝ ਨਹੀਂ ਬਚਿਆ ਉਹਨੂੰ ਚਲਾਊਗਾ ਕੌਣ? ਜਾਂ ਤਾਂ ਪਿੱਛੇ ਕੁਝ ਬਚਿਆ ਹੋਵੇ ਨਾ, ਉਹਨੂੰ ਤਾਂ ਹੀ ਮਿਲੂਗੀ ਨਾ ਅੱਗੇ એનર્ਜੀ। ਤਾਂ ਇਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਆਪਾਂ ਠੀਕ ਹੈ ਵੀ ਕੋਸ਼ਿਸ਼ਾਂ ਸਾਡੀਆਂ ਜਾਰੀ ਰੱਖਾਂਗੇ, ਕਰਦੇ ਰਹਾਂਗੇ, ਲੱਭਦੇ ਰਹਾਂਗੇ, ਲੇਕਿਨ ਇਹ ਸਾਡਾ ਕਨਸੈਪਟ ਕਿੱਥੇ ਤੱਕ ਪਹੁੰਚਿਆ, ਇਸ ਨੂੰ ਅੱਗੇ ਕਿਵੇਂ ਲਿਜਾਣਾ ਹੈ, ਇਹਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ। ਤੇ ਉਹ ਬਗੈਰ ਸੋਚੇ ਸਮਝੇ ਲਗਾਈ ਗਈ ਊਰਜਾ ਜਿਹੜੀ ਹੈ ਉਹ ਕਿਤੇ ਕੰਮ ਨਹੀਂ ਆਇਆ ਕਰਦੀ। ਆਇਨਸਟਾਈਨ ਨੇ ਇੱਕ ਗੱਲ ਕਹੀ ਸੀ, ਕਹਿੰਦਾ ਵੀ ਉਹਨੂੰ ਕਿਸੇ ਨੇ ਪ੍ਰਸ਼ਨ ਕਰਤਾ, ਪੱਤਰਕਾਰ ਨੇ, ਕਹਿੰਦਾ ਵੀ ਭਾਈ ਸਾਹਿਬ ਤੁਸੀਂ ਬੜੇ ਵੱਡੇ ਵਿਗਿਆਨੀ ਹੋ, ਤੁਸੀਂ ਐਂ ਦੱਸੋ ਵੀ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਵੀ 1 ਘੰਟੇ ਦੇ ਬਾਅਦ ਦੁਨੀਆ ਤਬਾਹ ਹੋ ਜਾਣੀ ਹੈ, ਕੀ ਕਰੋਗੇ? ਜਵਾਬ ਸੁਣਨ ਵਾਲਾ ਹੈ, ਬੱਚੋ ਤੁਹਾਡੇ ਜ਼ਿੰਦਗੀ 'ਚ ਕੰਮ ਆਊਗਾ। ਜਵਾਬ ਸੁਣਨ ਵਾਲਾ ਹੈ, ਕਹਿੰਦਾ ਜੀ ਘੰਟੇ ਦੇ ਵਿੱਚ 60 ਮਿੰਟ ਹੁੰਦੇ ਹੈ, 55 ਮਿੰਟ ਤੱਕ ਪਲਾਨਿੰਗ ਕਰੂੰਗਾ ਔਰ ਅਖੀਰਲੇ 5 ਮਿੰਟਾਂ 'ਚ ਉਸ ਪਲਾਨਿੰਗ ਨੂੰ ਐਗਜ਼ੀਕਿਊਟ ਕਰੂੰਗਾ। ਇਹ ਹੁੰਦੀ ਹੈ ਵੱਡਿਆਂ ਦੀ ਗੱਲ ਵੀ ਪਲਾਨਿੰਗ ਜ਼ਰੂਰੀ ਹੈ। ਅੱਜ ਕੱਲ੍ਹ ਅਸੀਂ ਕਿਉਂ ਨਹੀਂ ਕਾਮਯਾਬ ਹੈਗੇ? ਅਸੀਂ ਦੇਖ ਲਈ ਵੀਡੀਓ, ਉੱਥੋਂ ਚੱਕ ਕੇ ਕਰਨ ਲੱਗੇ, ਨਹੀਂ ਹੋਇਆ ਸਿੱਟਤਾ ਸਮਾਨ, ਵੀ ਇਹ ਤਾਂ ਹੁੰਦਾ ਹੀ ਨਹੀਂ ਹੈ, ਇਹ ਤਾਂ ਝੂਠ ਹੈ ਜੀ। ਨਹੀਂ, ਕੋਸ਼ਿਸ਼ਾਂ ਜਾਰੀ ਰੱਖੋ, ਪਲਾਨਿੰਗ ਕਰੋ, ਪਲਾਨਿੰਗ ਤੋਂ ਬਾਅਦ ਐਗਜ਼ੀਕਿਊਟ ਜਦੋਂ ਕਰੋਗੇ ਤੇ ਉਹ ਜਦੋਂ ਸਫਲ ਹੋਊਗਾ ਕਿੰਨਾ ਆਨੰਦ ਆਊਗਾ। ਤਾਂ ਉਹ ਕਹਿੰਦਾ ਮੈਂ 5 ਮਿੰਟ ਦੇ ਵਿੱਚ ਦੁਨੀਆ ਬਚਾ ਲੂੰਗਾ, ਤਬਾਹ ਨਹੀਂ ਹੋਣ ਦੇਵਾਂਗਾ। ਤਾਂ ਕਲੈਪਿੰਗ ਤਾਂ ਆਇਨਸਟਾਈਨ ਲਈ ਬਣਦੀ ਹੈ, ਆਇਨਸਟਾਈਨ ਲਈ ਤਾਂ ਬਣਦੀ ਹੈ। ਨਹੀਂ ਮੈਂ ਤਾਂ ਆਪ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ, ਕਿਤਾਬਾਂ ਫਿਜ਼ਿਕਸ ਦੀਆਂ ਪੜ੍ਹ ਕੇ ਤੁਹਾਨੂੰ ਦੱਸਣ ਆਇਆ। ਮੈਂ ਇੱਕ ਵਾਰੀ ਸਹਿਜੇ ਇੱਕ ਲਿਖਤਾ, ਐਫ ਲਿਖਤਾ, ਇੱਕ ਐਫ ਦੇ ਉੱਤੇ ਐਰੋ ਪਾਤਾ। ਮੈਂ ਕਿਹਾ ਦੱਸੋ ਵੀ ਇਹ ਐਫ ਹੈ, ਇਹ ਇਕੱਲਾ ਐਫ ਹੈ, ਇਹ ਐਫ ਦੇ ਉੱਤੇ ਐਰੋ ਹੈ, ਵਾਟ ਇਜ਼ ਦਾ ਡਿਫਰੈਂਸ? ਜਿਹੜੇ ਫਿਜ਼ਿਕਸ ਪੜ੍ਹਦੇ ਹੋ ਦੱਸ ਦਿਓ। ਇੱਕ ਐਫ ਹੈ, ਇੱਕ ਐਫ ਦੇ ਉੱਤੇ ਐਰੋ ਹੈ, ਦੱਸੋ ਜੀ। ਹਾਂ ਬੇਟੇ ਤੂੰ ਦੱਸ, ਤੂੰ ਵੀ ਨਾਨ ਮੈਡੀਕਲ ਕਰਦਾ। ਵੈਕਟਰ ਹੈ, ਯੈਸ, ਉਹ ਕੀ ਹੈ? ਵੈਕਟਰ ਹੈ। ਪਰ ਵੈਕਟਰ ਦੇ ਨਾਲ ਇੱਕ ਚੀਜ਼ ਤੁਹਾਨੂੰ ਹੋਰ ਪਤਾ ਹੋਣੀ ਚਾਹੀਦੀ ਹੈ ਵੀ ਉਹ ਕਿਹੜੀ ਫੋਰਸ ਹੈ ਤੇ ਇਹ ਕਿਹੜੀ ਫੋਰਸ ਹੈ। ਜੇ ਤਾਂ ਇਕੱਲਾ ਐਫ ਹੈ ਫਿਰ ਤਾਂ ਇਹ ma ਹੈ, ਮਾਸ ਇਨਟੂ ਐਕਸਲਰੇਸ਼ਨ ਹੈ। ਜੇ ਐਫ ਦੇ ਉੱਤੇ ਵੈਕਟਰ ਪੈ ਗਿਆ ਫਿਰ ਇਹ ਬਣ ਗਈ ਕੈਪੀਟਲ G m1 m2 ਅਪੋਨ r ਸਕੁਅਰ, ਫਿਰ ਇਹ ਬਣ ਗਈ ਗ੍ਰੈਵਿਟੇਸ਼ਨਲ ਫੋਰਸ, ਕਿਉਂਕਿ ਗ੍ਰੈਵਿਟੇਸ਼ਨਲ ਫੋਰਸ ਇਜ਼ ਅ ਵੈਕਟਰ। ਵੈਕਟਰ ਕਿਉਂ ਹੈ? ਕਿਉਂਕਿ ਜਦੋਂ ਚੀਜ਼ ਉੱਪਰੋਂ ਹੇਠਾਂ ਡਿੱਗਣੀ ਹੈ ਤਾਂ ਉਹਦੀ ਇੱਕ ਡਾਇਰੈਕਸ਼ਨ ਮਿਲ ਗਈ, ਉਹਨੂੰ ਡਾਇਰੈਕਸ਼ਨ ਮਿਲ ਗਈ, ਅਦਰਵਾਈਜ਼ ਉਹਦੇ ਕੋਲ ਡਾਇਰੈਕਸ਼ਨ ਨਹੀਂ ਸੀਗੀ। ਜਦੋਂ ਉਹਨੂੰ ਡਾਇਰੈਕਸ਼ਨ ਮਿਲ ਗਈ ਤਾਂ ਉਹ ਸਾਡੇ ਕੋਲ ਕੀ ਬਣ ਗਿਆ? ਐਰੋ ਆ ਗਿਆ। ਐਰੋ ਦਾ ਮਤਲਬ ਵੈਕਟਰ ਬਣ ਗਈ, ਵੈਕਟਰ ਦਾ ਮਤਲਬ ਗ੍ਰੈਵਿਟੇਸ਼ਨਲ ਫੋਰਸ ਬਣ ਗਈ। ਤਾਂ ਗ੍ਰੈਵਿਟੇਸ਼ਨਲ ਫੋਰਸ ਉਹ ਬਣ ਗਈ ਸਾਡੀ ਇਨਰਸ਼ੀਅਲ ਮਾਸ ਤੋਂ ਬਣੀ ਆ। ਤਾਂ ਇਸ ਕਰਕੇ ਇਹ ਮਤਲਬ ਹੈ ਮਨਿਊਟ ਜੀ ਗੱਲ ਹੈ। ਇਸੇ ਤਰ੍ਹਾਂ ਹੀ ਵਾਟ ਇਜ਼ ਦਾ ਡਿਫਰੈਂਸ ਬਿਟਵੀਨ V ਐਂਡ V ਦੇ ਉੱਤੇ ਐਰੋ, ਦੱਸੋ? ਐਰੋ ਨੂੰ ਡਾਇਰੈਕਸ਼ਨ ਮਿਲ ਗਈ, ਉਹ ਬਣ ਗਈ ਵੈਲੋਸਿਟੀ, ਪਰ ਹੈ V ਉਹ, ਪਰ ਉਹਦੇ ਤੇ ਐਰੋ ਨਹੀਂ ਹੈ ਤਾਂ ਉਹ ਸਪੀਡ ਹੈ। ਕਈ ਜਗ੍ਹਾ V ਲਿਖਿਆ ਹੁੰਦਾ, ਅਸੀਂ ਸੋਚਦੇ ਹਾਂ ਵੀ ਇਹ ਯਾਰ ਸਪੀਡ ਨੂੰ ਵੈਲੋਸਿਟੀ ਕਿਉਂ ਲਿਖੀ ਜਾਂਦਾ? ਐਕਚੁਅਲ ਦੇ ਵਿੱਚ ਉਹ ਸਪੀਡ ਹੈ ਪਰ ਉਹਦੇ ਤੇ ਐਰੋ ਨਹੀਂ ਹੈ ਤਾਂ ਉਸ ਕਰਕੇ ਉਹਨੂੰ ਸਪੀਡ ਲਿਖਿਆ ਜਾਊਗਾ। ਜਦੋਂ ਐਰੋ ਆ ਗਿਆ ਉਸੇ V ਨੂੰ ਅਸੀਂ ਵੈਲੋਸਿਟੀ ਕਹਿ ਦਾਂਗੇ। ਬਸ ਦਿਸ ਇਜ਼ ਸਾਇੰਸ, ਆਹ ਫਿਜ਼ਿਕਸ ਹੈ। ਜੇ ਇਹ ਸਮਝ ਗਏ ਆਪਾਂ ਸਾਰਾ ਕੁਝ ਸਮਝ ਗਏ। ਤਾਂ ਇਸ ਲਈ ਮੈਂ ਸਾਥੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਸਾਇੰਸ ਬਹੁਤ ਡੂੰਘੀ ਹੈ। ਅੱਜ ਵਿਗਿਆਨੀਆਂ ਨੇ ਲੱਭ ਲਿਆ ਹੋਇਆ ਹੈ ਕਿ ਇੱਕ ਬਲੈਕ ਹੋਲ ਇੰਨਾ ਹੈ ਕਿ ਜੇ ਸਾਰੀਆਂ ਗਲੈਕਸੀਆਂ ਮਿਲ ਕੇ ਇਕੱਠੀਆਂ ਹੋ ਜਾਣ ਤਾਂ ਇਕੱਲਾ ਇੱਕ ਬਲੈਕ ਹੋਲ ਬਣਦਾ। ਐਡਾ ਵੱਡਾ ਬਲੈਕ ਹੋਲ ਲੱਭ ਲਿਆ ਤਾਂ ਲੱਭੀ ਜਾਵਾਂਗੇ, ਬਹੁਤ ਕੁਝ ਮਿਲੂਗਾ। ਪਰ ਐਵੇਂ ਹੀ ਟਾਈਮ ਨਾ ਅਸੀਂ ਕਿਸੇ ਚੀਜ਼ ਤੇ ਖਰਾਬ ਕਰੀਏ, ਪਰ ਟਾਈਮ ਨੂੰ ਯੂਟਿਲਾਈਜ਼ ਕਰੀਏ। ਤੇ ਇਸ ਦਾ ਵੀ ਮੈਂ ਇੱਕ ਸਿਧਾਂਤ ਬਣਾਇਆ। ਸਿਧਾਂਤ ਕਿੱਥੋਂ ਆਉਂਦੇ ਆ? ਜਦੋਂ ਜਮਾਤਾਂ 'ਚ ਪੜ੍ਹਾਈ ਦਾ ਸਿਧਾਂਤ ਆ ਜਾਂਦਾ। ਮੈਂ ਕਿਹਾ ਬੱਚੋ ਕੰਮ ਤਾਂ ਸਾਰੇ ਹੀ ਕਰਦੇ ਹੋ, ਕਹਿੰਦੇ ਹਾਂਜੀ। ਮੈਂ ਕਿਹਾ ਕੰਮ ਨੂੰ ਸਮੇਂ ਨਾਲ ਬੰਨ੍ਹ ਲਓ, ਕੰਮ ਨੂੰ ਸਮੇਂ ਨਾਲ ਬੰਨ੍ਹ ਲਓ, ਫਿਰ ਕੀ ਹੋਊਗਾ? ਕੰਮ ਨੂੰ ਜਦੋਂ ਸਮੇਂ ਨਾਲ ਬੰਨ੍ਹ ਲਿਆ ਤਾਂ ਉਹ ਪਾਵਰ ਬਣ ਜਾਂਦੀ। ਕਿਉਂ? ਰੇਟ ਆਫ ਡੂਇੰਗ ਵਰਕ ਇਜ਼ ਅ ਪਾਵਰ। ਪਾਵਰ ਕੀ ਹੈ? W/T। W/T ਉੱਪਰ ਕੀ ਹੈ? ਕੰਮ ਹੈ, ਥੱਲੇ ਕੀ ਹੈ? ਸਮਾਂ। ਕੰਮ ਤੇ ਸਮਾਂ ਇਕੱਠੇ ਕਰਤੇ ਚੱਕ ਕੇ ਚੱਲ ਵੀ ਪਾਵਰ ਬਣ ਗਈ। ਹੁਣ ਤੁਹਾਡੀ ਪਾਵਰ ਕਿਉਂ ਨਹੀਂ ਬਣ ਰਹੀ ਹੈ? ਤੁਸੀਂ ਕੰਮ ਤਾਂ ਬਹੁਤ ਕਰਦੇ ਹੋ, ਇਹ ਮਿਹਨਤ ਤਾਂ ਬਹੁਤ ਕਰਦਾ, ਨੰਬਰ ਨਹੀਂ ਆਉਂਦੇ।
अरे भाई समय के अनुसार मेहनत कर, नंबर आएंगे ही आएंगे, पावर बन जूगी वो। तो ऐसे कंसैप्ट साइंस सानू सिखा रही है, मैथेमैटिक्स सिखा रहा है। सीखो तो पढ़ो। ठीक है जी, थैंक यू जी।